सो कहो टल गुर सेविय अहनस सहज सुभाए। दर्शन परसय गुरु के जन्म मरण दुख जाए। सतनाम श्री वाहिगुरु साहिब जी। बिलावल महला पहला। शांत दखणी एक ओंकार। सतगुर प्रसाद। मुंद नवेलड़िया गोयल आई राम। मटकी डार तरी हर लेवलाई राम। मुंद नवेलड़िया गोयल आई राम। मटकी डार तरी हर लेवलाई राम। लेवलाए हर स्यों रही गोयल। सहज शब्द सिगारिया कर जोड़ गुर पह कर बेनंती। मिलो साच प्यारिया तन पाए भगति देख प्रीतम। काम क्रोध निवारिया नानक मुंद नवेल सुंदर। देख पिर साधारिया तन पाए भगति देख प्रीतम। काम क्रोध निवारिया नानक मुंद नवेल सुंदर। देख पिर साधारिया। वाहिगुरु जी का खालसा वाहिगुरु जी की फतेह। गरीब निवाज श्री गुरु ग्रंथ साहिब महाराज जी की पवित्र हजूरी अंदर सतगुरां दी निवाजी हुई मुकद्दस धरती ते अदब प्यार विच सजी साध संगत सिक्खी दे केंद्र सचखंड श्री हरमंदर साहब श्री दरबार साहब तो जो गुरु साहब जी का फरमान साढ़े सारियां नूं बख्शिश होया। गुरु चरनां च जोदड़ी करिए गुरु के हुक्म की समझ साडी सोझी विच पवे। गुरु के हुक्म की विचार साडी जिंदगी का हिस्सा बने। जो हुक्म साहिब ने बख्शिया चार पदियां दा ये पवित्र शब्द है शंत, जिहदे विचों पहला पदा आप जी ने गुरमुख प्यारियां दी रसना तो सरवण किया। एक पदा इसलिए पढ़िया गया कि अगे सारे शब्द की वाकफी भी हो जाएगी, नाल समय दे विच विचार भी हो सके। तो नाल नाल तुसी सारा हुक्म भी अगे सुनना है तो जोदड़ी करनी है कि सतगुरु विचार भी साडी सोझी च पाउण।
ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਹੈ ਸ਼ਬਦ ਦੇ ਆਰੰਭ ਵਿੱਚ, ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ, ਕੁੱਲ ਕਾਇਨਾਤ ਵਿੱਚ ਜ਼ਰਰੇ ਜ਼ਰਰੇ ਵਿੱਚ ਸਮਾਇਆ ਹੋਇਆ, ਕਣ ਕਣ ਵਿੱਚ ਰਮਿਆ ਹੋਇਆ, ਇੱਕ ਓੰਕਾਰ। ਇਹ ਲੰਬੀ ਕਾਰ ਰੇਖਤੀ ਭਾਸ਼ਾ ਦਾ ਉਹ ਪ੍ਰਤੀਕ ਹੈ ਜਿਹੜੀ ਸਾਨੂੰ ਇਹ ਸਮਝ ਦੇ ਰਹੀ ਹੈ ਕਿ ਵਾਹਿਗੁਰੂ ਨਿਰੰਤਰ, ਲਗਾਤਾਰ, ਕਦੀ ਕਦੀ ਨਹੀਂ, ਕੋਈ ਵਿਸ਼ੇਸ਼ ਥਿੱਤ ਨਹੀਂ ਹੈ ਕਿ ਜਿੱਦਣ ਭਗਵਾਨ ਦਾ ਜਨਮ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਬਚਨ ਕਿਹਾ, ਜੇ ਕਿਸੇ ਖਾਸ ਥਿੱਤ ਨੂੰ ਹੀ ਭਗਵਾਨ ਦਾ ਜਨਮ ਹੋਣਾ ਹੁੰਦਾ ਤੇ ਸੰਸਾਰ ਵਾਲਿਆਂ ਨੇ ਲਗਭਗ 365 ਦਿਨ ਸਾਲ ਦੇ ਮੰਨੇ ਆ। ਉਸ ਤੋਂ ਪਹਿਲਾਂ ਜਿਹੜੇ 364 ਦਿਨ ਸੀ, ਕੀ ਭਗਵਾਨ ਹੈ ਹੀ ਨਹੀਂ ਸੀ? ਬਾਕੀਆਂ ਥਿੱਤਾਂ ਨੂੰ ਪਾਸੇ ਰੱਖ ਦਿੱਤਾ ਤੇ ਇੱਕ ਥਿੱਤ ਨੂੰ ਮਿਥ ਲਿਆ ਕਿ ਇਹ ਥਿੱਤ ਜਿਹੜੀ ਹੈ, ਇਹ ਤਰੀਕ ਜਿਹੜੀ ਹੈ, ਇਹ ਦਿਨ ਹੈ ਜੋ ਇਹ ਅਸ਼ਟਮੀ ਦੇ ਦਿਨ ਭਗਵਾਨ ਜੰਮਿਆ। ਤੇ ਮਹਾਰਾਜ ਸਾਨੂੰ ਸਵਾਲ ਕਰਦੇ, ਸਗਲ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਸੀ। ਇਦਾਂ ਦੀ ਮਨੌਤ ਨੂੰ ਮੰਨਣ ਵਾਲਿਆਂ ਪ੍ਰਤੀ ਸਿੱਖਾਂ ਲਈ ਜੋ ਹੁਕਮ ਹੈ ਸਾਧ ਸੰਗਤ, ਮਤਲਬ ਇਹ ਨਹੀਂ ਕਿ ਸਿੱਖ ਕੋਈ ਖਾਸ ਦਿਨ ਵੇਖੇ ਤੇ ਫਿਰ ਉੱਦਾਂ ਦੇ ਸੋਲੇ ਗਾਣੇ ਸ਼ੁਰੂ ਕਰ ਦਿੱਤੇ ਜਿੱਦਾਂ ਦੀ ਪ੍ਰਵਿਰਤੀ ਅੱਜ ਬਣੀ ਆ ਸਾਡੀ, ਜਾਂ ਬੰਦਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਤੇ ਜਾਂ ਆਪ ਪੈਸਿਆਂ ਤੋਂ ਪ੍ਰਭਾਵਿਤ ਹੋ ਕੇ। ਹਜ਼ੂਰ ਕਹਿੰਦੇ ਸਗਲ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਥੀ। ਇਹ ਜਗਤ ਦੀ ਮਨੌਤ ਹੈ। ਜੇ ਗੁਰੂ ਦਾ ਫੈਸਲਾ ਕੀ ਹੈ? ਭਰਮੇ ਭੁੱਲੇ ਨਰ ਕਰਤ ਕਚਰਾਇਣ, ਭਰਮ 'ਚ ਭੁੱਲੇ ਹੋਏ ਕੱਚੀਆਂ ਬਾਤਾਂ ਕਰ ਰਹੇ ਨੇ, ਜਦ ਕਿ ਅਸਲੀਅਤ ਇਹ ਹੈ ਕਿ ਜਨਮ ਮਰਨ ਤੇ ਰਹਿਤ ਨਰਾਇਣ। ਮੇਰੇ ਵਾਹਿਗੁਰੂ ਜੀ ਨੂੰ ਕੋਈ ਹਰੀ ਕਵੇ, ਕੋਈ ਭਗਵਾਨ ਕਵੇ, ਕੋਈ ਖੁਦਾ ਕਵੇ, ਕੋਈ ਪਰਮੇਸ਼ਰ ਕਵੇ, ਕੁਝ ਵੀ ਕਹਿ ਕੇ ਬੁਲਾਵੇ, ਪਰ ਉਹਦਾ ਇਹ ਉੱਤਮ ਗੁਣ ਹੈ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਭਾਗਾਂ ਵਾਲਿਓ, ਇਹ ਮਤ ਸੋਚਿਓ ਕਿ ਅੱਜ ਭਗਵਾਨ ਦਾ ਜਨਮ ਦਿਨ ਹੈ। ਭਗਵਾਨ ਜਨਮ ਤੇ ਮਰਨ ਤੋਂ ਰਹਿਤ ਹੈ। ਤੇ ਸਾਡਾ ਜਿਹੜਾ ਅਸੀਂ ਗੁਰੂ ਦੀ ਗੱਲ ਕਰਨ ਵਾਲੇ ਆ ਨਾ, ਸਾਡਾ ਵੱਡਾ ਫਰਜ਼ ਬਣਦਾ ਸੀ ਦੁਨੀਆ ਨੂੰ ਦੱਸਣਾ, ਨਾ ਕਿ ਦੁਨੀਆ ਦੇ ਪ੍ਰਭਾਵ ਥੱਲੇ ਆ ਕੇ ਅਸੀਂ ਵੀ ਉਸੇ ਚਾਲ 'ਚ ਬਹਿਣਾ। ਜਿਹਨੂੰ ਅਸੀਂ ਪ੍ਰਚਾਰ ਕਹਿੰਦੇ ਆ, ਤੇ ਪ੍ਰਚਾਰ ਦਾ ਮੂਲ ਸਰੋਤ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਹਦੇ 'ਚੋਂ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਆ। ਇਹਦੇ ਵੀ ਉੱਤਮ ਗੁਣ ਹੈ ਕਿ ਉਹ ਆਜੂਨੀ ਹੈ, ਉਹ ਜੀਭ ਜਲ ਜਾਣੀ ਚਾਹੀਦੀ। ਮਹਾਰਾਜ ਕਹਿੰਦੇ ਜਿਹੜੀ ਭਗਵਾਨ ਨੂੰ ਜੂਨਾਂ ਵਿੱਚ ਆਖਦੀ ਹੈ, ਜਿਹੜਾ ਅਕਾਲ ਹੈ, ਨਿਰਭਉ ਹੈ, ਆਪਣੇ ਆਪ ਤੋਂ ਸਹਿ ਭੰਗ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ, ਉਹਦਾ ਇਹ ਵੀ ਗੁਣ ਹੈ ਕਿ ਉਹ ਆਜੂਨੀ ਹੈ। ਉਹ ਜੂਨ ਵਿੱਚ ਨਹੀਂ ਆਇਆ ਕਿ ਫਲਾਣੀ ਜੂਨ 'ਚ ਫਲਾਣੇ ਰੂਪ ਵਿੱਚ, ਇਸ ਲਈ ਉਹਨੂੰ ਨਿਰੰਕਾਰ ਕਿਹਾ ਸਾਧ ਸੰਗਤ। ਤਾਂ ਉਹ ਕੀ ਹੈ? ਇੱਕ ਓੰਕਾਰ। ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ, ਪਾਤੀ ਪਾਤੀ ਜੀਓ। ਇੱਕ ਭਗਵਾਨ ਦੀ ਪੂਜਾ ਵਾਸਤੇ ਜਿਹੜੀਆਂ ਫੁੱਲਾਂ ਪੱਤੀਆਂ ਨੂੰ ਤੋੜ ਰਹੀਆਂ ਨਾ ਜਿੰਦੇ, ਸਤਿਗੁਰੂ ਜੀ ਕਹਿੰਦੇ ਜਿਹਨੂੰ ਤੋੜ ਰਹੀਆਂ ਉਸ ਪੱਤੀ ਦੇ ਅੰਦਰ ਵੀ ਜਿੰਦ ਹੈ, ਵਾਹਿਗੁਰੂ ਜੀ ਦੀ ਅੰਸ਼ ਹੈ ਉਹਦੇ ਅੰਦਰ ਵੀ। ਪਾਤੀ ਤੋੜੈ ਮਲਨੀ। ਹੁਣ ਇਹ ਗੁਰਮਤਿ ਦਾ ਸਿਧਾਂਤ ਹੈ, ਜੇ ਇਹਨੂੰ ਨਾ ਸਮਝਿਆ। ਹਾਂ, ਇੱਕ ਮੈਂ ਬੇਨਤੀ ਤੁਹਾਨੂੰ ਕਰਦਾ, ਬਹੁਤ ਵਾਰੀ ਮਨ ਦੇ ਵਿੱਚ ਇਹ ਭਰਮ ਪੈਦਾ ਹੋ ਜਾਂਦਾ ਹੈ, ਜਾਂ ਕੁਝ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਅਸੀਂ ਕਹਿੰਦੇ ਹਾਂ ਵੇਖੋ ਜੀ ਫਲਾਣੇ ਦਾ ਨਾਮ ਤੇ ਲਿਆ ਹੀ ਹੈ ਨਾ ਜੀ ਬਾਣੀ 'ਚ। ਗੁਰੂ ਸਾਹਿਬ ਜੀ ਦੇ ਬਾਣੀ ਦੇ ਅੰਦਰ ਜਾਂ ਭਗਤ ਸਾਹਿਬਾਨਾਂ ਨੇ ਬਾਣੀ ਦੇ ਅੰਦਰ ਜਦੋਂ ਵਾਹਿਗੁਰੂ ਜੀ ਦੀ ਗੱਲ ਕੀਤੀ ਤੇ ਤੁਲਨਾ ਐਗਜ਼ੈਂਪਲ ਦੇਣ ਵਾਸਤੇ ਕੀਤੀ। ਜਿਹਨੂੰ ਵੀ ਦੁਨੀਆ ਵੱਡਾ ਸਮਝਦੀ ਸੀ ਉਹਦੇ ਨਾਲ ਉਦਾਹਰਨ ਦੇ ਕੇ ਸਮਝਾਉਣ ਦਾ ਯਤਨ ਕੀਤਾ। ਕਿਤੇ ਪਰਮੇਸ਼ਰ ਨੂੰ ਸੂਰਜ ਵੱਤ ਕਿਹਾ, ਕਿਤੇ ਪਰਮੇਸ਼ਰ ਨੂੰ ਸਾਗਰ ਸਮੁੰਦਰ ਵੀ ਕਿਹਾ, ਤੂੰ ਸਾਗਰੋ ਰਤਨਾਗਰੋ। ਕਿਤੇ ਗੁਰਮੁਖਾਂ ਦੀ ਤੁਲਨਾ ਜਾਂ ਪਰਮੇਸ਼ਰ ਦੀ ਤੁਲਨਾ ਹੰਸ ਦੇ ਵੱਤ ਵੀ ਕੀਤੀ। ਹੁਣ ਇਹ ਇੱਕ ਪਹਿਲੂ ਹੈ। ਵੈਸੇ ਮੰਨ ਲਓ ਆਪਾਂ ਇੱਕ ਉਦਾਹਰਨ ਵਜੋਂ ਜੇ ਸਾਗਰ ਮੰਨ ਲਈਏ ਵੀ ਸਾਗਰ ਦੇ ਤੁਲ ਉਦਾਹਰਨ ਹੈ, ਇਹ ਨਹੀਂ ਕਿ ਸਾਗਰ ਰੱਬ ਹੋ ਗਿਆ ਤੇ ਅਸੀਂ ਸਮੁੰਦਰ ਨੂੰ ਪੂਜਣ ਲੱਗ ਪਈਏ। ਸਿਰਫ ਇੱਕ ਐਗਜ਼ੈਂਪਲ ਹੈ, ਤੇ ਐਗਜ਼ੈਂਪਲ ਬਰਾਬਰੀ ਨਹੀਂ ਹੁੰਦੀ ਗੁਰਮੁਖੋ, ਇਹ ਇੰਨੀ ਕੁ ਸਮਝ ਰੱਖ ਲਈਏ।
कदी रुखां दे नाल चंदन दे नाल उदाहरण दित्ती जाती है, कदी समुंदर दे। हुण समुंदर दा जे कौगण वेखीए अंदरों खारा है, जिन्ना मर्जी वड्डा होवे फिर भी उहदी एक सीमा है। सिर्फ एक पहलू है समझाउण वास्ते जदों उदाहरण दित्ती जाती है, तो कदी भी तुलना नहीं हुंदी, पर साडी छोटी मत कई बारी उदाहरण नूं बराबरी समझ लैंदी है। बहुत सारियां उदाहरण शब्द विचारना है समय की सीमा च, इस वास्ते मैं प्रमाणों वाल बहुता ना जावां, पर इन्ना कि जरूर असीं अपनी बुद्धि के कवाड़ खोलण का यतन करिए कि वो हर शै जिन्हों दुनिया वड्डा समझदी सी, दुनिया शक्तिशाली समझदी सी, ते सानू समझाउण वास्ते महाराज ने आख्या कि तुसीं ऐ मान लो कि वाहिगुरू उहदे वर्गा है, पर इनू तुलना बराबरी ना समझना, सिर्फ उदाहरण है समझाउण वास्ते। इसे तरह कथा करदियां जदों कई बारी उदाहरण दित्ती जाती है तो छोटी मानसिकता जिहड़ी आ समझ लैंदी है कि शायद बराबरी कर दित्ती है। आपां कई बारी एक उदाहरण दिंदे आ कि संत बाबा जरनैल सिंह जी होरां ने श्री अकाल तखत साहब उदां ही मुकाबला किया जिवें चमकौर की गढ़ी दे विच 40 ਸਿੰਘਾਂ ने किया सी। हुण ये उदाहरण है, बराबरी नहीं है। तो जे किसी की मानसिकता छोटी होवे तो गुरमुखो वो समझ ले भी बल्ले बल्ले संत बाबा जरनैल सिंह की तुलना तो गुरु गोबिंद सिंह जी ने कर दी। श्री गुरु ग्रंथ साहब जी महाराज सच्चे पातशाह जी की हजूरी च बैठे गुरमुख प्यारिओ, गुरु के बोध विच जूण वालिओ, एक गल चंगी तरह हिरदे ते लिख लो कि गुरु गोबिंद सिंह जी की तुलना दे नाल तुलना किसी की भी नहीं हो सकती। तेरे वर्गा दुनिया ते कोई नहीं है महाराज। कादरे हर कार बेक सारा यार, वो शहनशाह वो बादशाह दरवेश वो बराबर, वो मुसलमान दरवेश कहता कि हे कलगियां वाले पातशाह तेरे वर्गा कोई नहीं हो सकता। पर असी उदाहरण दिंदे हां ते उदाहरण का मतलब कदी बराबरी नहीं हुंदी गुरमुखो। असी बाणी च अणगिणत दित्तियां होईयां उदाहरणां नूं बराबरी समझण लग पैंदे, शायद इस बंदे नूं ही भगवान कह दिता, जद कि भगवान का गुण की है अजूनी, सहभंग, अकाल। कार कहती सर्व व्यापक, किसी एक शहर विच नहीं, किसी एक बिल्डिंग विच नहीं, किसी एक चिन्ह विच नहीं। तो शब्द के आद विच महाराज ने साडे ते रहमत की। धन गुरु नानक हजूर ने एक ओंकार, फिर आप जे उदाहरण देनी होवे ना तो मैं ये शब्द वरतांगा, एक ओंकार जिहड़ा है वो सागर वांग गहरा है। जिन्नी चुब्बी लाउंदे जाओगे, सारी श्री गुरु ग्रंथ साहब महाराज की बाणी एक ओंकार की चुब्बी है। हुण मेरियां नज़रां च समुंदर तो वड्डा कुछ नहीं, तो मैं उदाहरण देंगा जी, समुंदर जिन्ना गहरा है, पर समुंदर का भी पारावार पाया जा सकता है। एक ओंकार की था पाउणी साडी मानसिकता के वस विच नहीं है। ये ऐसा गुरु नानक का लोगो ब्रांड है जिहदे अंदर पता नहीं किन्ना कुछ छुपिया होया। सारी श्री गुरु ग्रंथ साहब की बाणी एक ओंकार की व्याख्या कर रही है। एक ओंकार सारियां च निरंतर रमिया होया। ते जे असीं झलक पाउणी है तो साडे कोल वसीला की है? सतगुर प्रसाद, गुरु की बख्शिश। गुरु की बख्शिश किस रूप च वरत रही है? शब्द रूप च वरत रही है। सोझी गुरु द्वारा होए सोझी पाए सी, उपदेश रूप च वरत रही है। तो जे ये समझ विच आ गया, सानू सारी तत्त गुरमत समझ आ जाएगी। एक एक दूजी ते गल ही मुक गई ना साध संगत जी। सिख मत सब बुद्ध तुम्हारी, मंदिर छावां तेरे, तुझ बिन अवर ना। सारे गज के कहो, सारे एक बारी रिपीट कर लियो, शायद लिखा जाए हिरदे ते। अवर न जाना मेरे साहिबा, तुझ बिन अवर न जाना मेरे साहिबा। अवर न जाना मेरे साहिबा, तुझ बिन अवर न जाना मेरे साहिबा। अवर न मैं जानता ही नहीं जी, ये तो वड्डी गल की होनी है। दुनिया चर्चा करती है
मैं एक तो बिना जानदा ही नहीं, तेरे तो बिना जानदा। कोई कहेगा नहीं वो एडा वड्डा है, तो मैं कहांगा मेरा साहिब ਇਹਦੇ तुल कोई नहीं है, मैं नहीं जानता। ਜਦੋਂ हाँ ਪਹਿਲਾਂ ਕਿੱਥੇ ਕਿੱਥੇ ਭਟਕੇ ਇਸ ਗੱਲ ਦੀ ਕੋਈ ਪਤਾ ਨਹੀਂ, ਗਰੰਟੀ ਨਹੀਂ। ਸਾਡੇ ਪੁਰਖੇ ਜਾਂ ਅਸੀਂ ਕੀ ਕਰਦੇ ਰਹੇ ਹਾਂ। ਜਦੋਂ ਤੂੰ ਤੇਰੇ ਚਰਨੀ ਲੱਗੇ ਆ, ਮਸਤਕ ਤੇਰੇ ਚਰਨਾਂ 'ਚ ਰੱਖਿਆ, ਤੇ ਸਿੱਖ ਦੀ ਰੂਹ ਵਿੱਚੋਂ ਕੀ ਆਵਾਜ਼ ਨਿਕਲਦੀ ਹੈ? ਪਾਏ ਗਹੇ ਜਬ ਤੇ ਤੁਮਰੇ। ਗਹੇ ਪਕੜੇ ਨੇ, ਪਾਏ ਗਹੇ ਜਦੋਂ ਤੋਂ ਤੇਰੇ ਚਰਨ ਪਕੜੇ ਆ ਪਾਤਸ਼ਾਹ। ਤਬ ਤੇ ਕੋ, ਗੱਜ ਕੇ ਆਖੋ ਨਾ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਆਤਮ ਵਿਸ਼ਵਾਸ ਨਾਲ ਆਖੋ, ਮੈਂ ਨਹੀਂ ਵੇਖਦਾ ਕਿਸੇ ਨੂੰ, ਮੈਂ ਨਹੀਂ ਸੋਲੇ ਗਾਉਂਦਾ ਕਿਸੇ ਦੇ, ਕਿਉਂਕਿ ਮੇਰੇ ਗੁਰੂ ਨੇ ਮੈਨੂੰ ਇਹ ਦਾਤ ਦਿੱਤੀ ਆ। ਤੁਮ ਗਾਵੋ ਮੇਰੇ ਗੁਰਮੁਖੋ, એનર્ਜੀ 'ਚ ਕਿਆ ਕਰੋ, ਤੁਹਾਡੀ ਰੂਹ ਵਿੱਚੋਂ ਨਿਕਲਣਾ ਨੇ ਬਚਨ। ਮੈਨੂੰ ਗੁਰੂ ਨੇ ਕੀ ਸਿੱਖਿਆ ਦਿੱਤੀ ਹੈ? ਜੇ ਸੋਲੇ ਗਾਉਣੇ ਆ ਤੇ 2 ਟਕਿਆਂ ਦੇ ਬੰਦਿਆਂ ਦੇ ਸੋਲੇ 4 ਛਿੱਲਣਾ ਵਾਸਤੇ ਨਾ ਗਾਉਂਦਾ ਫਿਰ। ਜੇ ਸਿਫਤ ਸਲਾਹ ਗਾਉਣੀ ਹੈ ਤੇ ਮਰ ਮਿਟਣ ਤੇ ਜੰਮਣ ਵਾਲਿਆਂ ਦੀ ਨਹੀਂ, ਕਿਹਦੀ ਗਾਉਣੀ ਹੈ ਜੀ? ਤੁਮ ਗਾਵੋ ਮੇਰੇ, ਬੋਲੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਇਸ ਵਾਸਤੇ ਮੈਨੂੰ ਕਲਗੀਆਂ ਵਾਲੇ ਸਾਹਿਬ ਨੇ ਦ੍ਰਿੜ ਕਰਵਾਇਆ ਕਿ ਠੀਕ ਹੈ, ਪਿਛਲੀ ਆਗਿਆ ਸਮਝ ਚੱਲੋ। ਆਨੰਦ ਲਾਲਾ ਭਾਈ ਸਾਹਿਬ ਦੇ ਬਚਨ ਪੜ੍ਹਦੇ ਹਾਂ ਆਪਾਂ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਤੇ ਇੱਕ ਆਹਿਦ ਲੈ ਕੇ, ਇੱਕ ਕੌਲ ਲੈ ਕੇ, ਇੱਕ ਕਮਿਟਮੈਂਟ ਗੁਰੂ ਦੇ ਨਾਲ ਕਰਕੇ, ਜਿੰਨੇ ਕੁ ਤੁਸੀਂ ਸੁਣ ਰਹੇ ਹੋ, ਪਿਛਲੀ ਦੇ ਉੱਤੇ ਕਾਂਟਾ ਫੇਰੋ। ਪਤਾ ਨਹੀਂ ਕਿੰਨੇ ਕੁ ਪਖੰਡੀ ਆ ਜਿਹੜੇ ਰੂਹਾਂ ਰਾਵਾਂ ਵਾਲੇ ਤੁਰੇ ਫਿਰ ਰਹੇ ਨਾ, ਅੱਜ ਬੜਾ ਬੋਲ ਬਾਲਾ ਹੈ। ਸਾਧ ਸੰਗਤ ਜੀ, ਸੱਚ ਦੇ ਸੂਰਜ ਦੇ ਸਾਹਮਣੇ ਇਹ ਟਿਮਟਮਾਉਂਦੇ ਦੀਵੇ ਕਿੱਥੇ ਜਿਹੜੇ ਤਾਰੇ ਆ ਕਿੱਥੇ ਟਿਕ ਸਕਦੇ? ਕਿਹਾ ਨਾ ਜੀ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ। ਹੁਣ ਉਹ ਟਿਮਟਮਾਉਂਦੇ ਕਿਉਂ ਨੇ? ਕਿ ਭਰਮ ਦੀ ਬੁਨਿਆਦ ਉੱਤੇ ਟਿਕੇ ਹੋਏ ਆ। ਜਿਹੜੇ ਕਹਿੰਦੇ ਲੋਕਾਂ ਦਾ ਧਰਮ ਬਦਲਦੇ ਆ ਅਸੀਂ, ਉਹਨਾਂ ਕੋਲ ਕੀ ਹੈ? ਸਿਰਫ ਭੁਲੇਖਾ, ਸਿਰਫ ਧੋਖਾ ਕਿ ਕਿਸੇ ਮੁਰਦੇ ਨੂੰ ਜਵਾ ਸਕਦੇ ਆ, ਕਿਸੇ ਦੀ ਬਿਮਾਰੀ ਅਸੀਂ ਪੱਥਰੀਆਂ ਕੱਢ ਦਿੰਦੇ ਆ, ਕਿਸੇ ਦੀਆਂ ਰੂਹਾਂ ਕੱਢ ਦਿੰਦੇ ਆ, ਭੂਤ ਕੱਢ ਦਿੰਦੇ ਆ। ਸਿਰਫ ਲੋਕਾਂ ਨੂੰ ਮਾਨਸਿਕ ਭਰਮ ਵਿੱਚ ਪਾ ਰਹੇ ਆ। ਸਿੱਖ ਦਾ ਦ੍ਰਿੜ ਨਿਸ਼ਚਾ, ਜਿੰਨੇ ਤੁਸੀਂ ਭਾਗਾਂ ਵਾਲੇ ਗੁਰਮੁਖ ਸੁਣ ਰਹੇ ਹੋ, ਤੁਹਾਡੇ ਚਰਨਾਂ 'ਚ ਬੇਨਤੀ ਹੈ। ਇਹ ਸਿਰਫ ਪੜ੍ਹਨਾ ਤੇ ਸੁਣਨਾ ਨਹੀਂ ਵੀ ਗੁਰਦੁਆਰੇ ਦੇ ਸਪੀਕਰ 'ਚ ਲੱਗ ਗਿਆ ਜਾਂ ਟੈਲੀਵਿਜ਼ਨ ਤੇ ਲੱਗ ਗਿਆ ਤੇ ਅਸੀਂ ਕੰਮਕਾਜ ਕਰਨ ਲੱਗ ਪਏ। ਇਹਦੇ ਨਾਲ ਆਪਣੀ ਵਚਨਬੱਧਤਾ ਕਾਇਮ ਕਰਨੀ ਹੈ ਕਿ ਜਦੋਂ ਦਾ ਤੇਰੇ ਚਰਨਾਂ ਨਾਲ ਲੱਗਿਆ, ਪਿਛਲੀ ਬੀਤ ਗਈ, ਤੇ ਘੱਟੋ ਘੱਟ ਅੱਜ ਜੇ ਜਿਹਨ 'ਚ ਪੈ ਰਹੀ ਹੈ ਤੇ ਅੱਜ ਇਹ ਕੌਲ ਕਰੀਏ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹਿ, ਮੈਂ ਨਹੀਂ ਜਾਣਦਾ। ਅਨੇਕ ਕਹਿ ਮਤ ਇੱਕ ਨਾ ਜਾਣਿਓ। ਮੈਨੂੰ ਤੇ ਇੱਕੋ ਗੱਲ ਸਮਝ ਆਈ ਕਿ ਸਗਲ ਦੁਆਰ ਕੋ ਛਾੜ ਕੇ, ਬੋਲੋ ਭੈਣੋ, ਸਗਲ ਦੁਆਰ ਕੋ ਛਾੜ ਕੇ। ਫੜ ਕੇ ਨਹੀਂ ਰੱਖਣਾ ਵੀ ਜੀ ਸਭ ਪਹਿਲਾਂ ਪੁਰਾਣੇ ਬਰਾਦਰੀ ਸਾਡੀ ਜੀ ਜਾਤ, ਸਾਡਾ ਜੀ ਕੁਣਬਾ ਫਲਾਣੀ ਥੜੀ ਤੇ ਮੜੀ ਤੇ ਜਾਂਦਾ ਸੀ। ਨਹੀਂ, ਛੱਡ ਕੇ ਤੇ ਫੇਰ ਆਉਣਾ ਹੈ। ਇੱਥੇ ਕਦੋਂ ਆਉਣਾ ਹੈ? ਸਗਲ ਦੁਆਰ ਕੋ ਛਾੜ ਕੇ, ਤੇ ਫੇਰ ਆ ਕੇ ਕਹਿਣਾ ਗਹਿਓ ਤੁਹਾਰੋ ਦੁਆਰ। ਤੇ ਫਿਰ ਉਹ ਕੀ ਕਰਦਾ? ਬਾਹਾਂ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਹੇ ਨਾ ਛੋਡੀਏ। ਫਿਰ ਉਹ ਬਾਂਹ ਫੜਦਾ ਤੇ ਮੇਰਾ ਸਾਹਿਬ ਕਹਿੰਦਾ ਬਾਹੇ ਗਹੇ ਕੀ ਲਾਜ ਅਸ। ਫਿਰ ਉਹ ਤੁਹਾਡੀ ਲਾਜ ਰੱਖਦਾ, ਪੱਤ ਰੱਖਦਾ। ਗੋਬਿੰਦ ਦਾਸ ਤੁਹਾਰ, ਇੱਕ ਓੰਕਾਰ। ਮੈਂ ਨਹੀਂ ਜਾਣਦਾ ਕਿ ਦੂਜਾ ਕੌਣ ਹੈ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ। ਮੇਰੇ ਸਾਹਿਬਾ ਗੁਣ ਗਾਵਾਂ, ਕਹੋ ਨਾ ਸਾਰੇ, ਗੁਣ ਗਾਵਾਂ ਨਿਤ ਤੇਰੇ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਛੋਟੀ ਜੀ ਚਮਕ ਜਿਹੜੀ ਹੈ ਨਾ ਕਿਸੇ ਸ਼ੋਹਰਤ ਦੀ, ਕਿਸੇ ਲਾਲਚ ਦੀ, ਉਹ ਸਾਨੂੰ ਪਤਾ ਨਹੀਂ ਕਿਹਦੇ ਕਿਹਦੇ ਗੁਣ ਗਾਉਣ ਲਾ ਦਿੰਦੀ ਹੈ। ਤੋ ਇਹ ਇੰਨਾ ਅੱਖਰ ਜਿਹੜਾ ਸਾਹਿਬ ਨੇ ਸਾਡੀ ਝੋਲੀ 'ਚ ਪਾਇਆ, ਇਹ ਸੰਪੂਰਨ ਗਿਆਨ ਹੈ ਗੁਰਮਤਿ ਦਾ, ਰੂਹਾਨੀ ਗਿਆਨ। ਇੱਕ ਓੰਕਾਰ ਤੇ ਪੌੜੀ ਹੈ ਇੱਥੋਂ ਤੱਕ ਪਹੁੰਚਣ ਲਈ ਸਤਿਗੁਰ ਪ੍ਰਸਾਦ। ਮਹਾਰਾਜ ਜੋ ਸ਼ਬਦ ਵਿੱਚ ਬਖਸ਼ ਰਹੇ ਆ, ਸਾਡੀ ਜਿੰਦ ਨੂੰ ਇਸਤਰੀ ਬਣਾ ਕੇ ਮਿੱਥ ਕੇ ਸਤਿਗੁਰੂ ਗੱਲ ਕਰ ਰਹੇ ਆ।
ਜਦੋਂ ਬਹੁਤਾ ਉਪਦੇਸ਼ ਮਹਾਰਾਜ ਨੇ ਇਸਤਰੀ ਰੂਪ ਨੂੰ ਦਿੱਤਾ, ਕਿਉਂਕਿ ਕੰਤ ਦੀ ਖੁਸ਼ੀ ਲੈਣ ਵਾਸਤੇ, ਜ਼ਿੰਦਗੀ ਨੂੰ ਕਮਾਉਣ ਵਾਸਤੇ ਜੋ ਗੁਣ ਇਸਤਰੀ ਵਿੱਚ ਹੈ ਉਹ ਪੁਰਖ ਹੋਣ ਦੇ ਗੁਮਾਨ ਵਿੱਚ ਨਹੀਂ ਹੈ। ਤੇ ਇਹ ਵਡਿਆਈ ਤੁਹਾਡੀ ਝੋਲੀ 'ਚ ਭੈਣੋ ਭਾਈ, ਤੇ ਸਾਨੂੰ ਸਾਰਿਆਂ ਨੂੰ ਕਿਹਾ ਵੀ ਆਹ ਇਸਤਰੀ ਬਣ ਕੇ ਸਿੱਖਿਆ ਲੈ। ਜਿਵੇਂ ਇੱਕ ਸੁਹਾਗਣ ਆਪਣੇ ਕੰਤ ਦੀ ਖੁਸ਼ੀ ਲੈਂਦੀ ਹੈ, ਤੂੰ ਵੀ ਉਹਦੇ ਕੋਲੋਂ ਸਿੱਖ ਦੁਨਿਆਵੀ ਤੌਰ ਤੇ, ਜਿਵੇਂ ਉਹ ਆਪਣੇ ਕੰਤ ਦੀ ਖੁਸ਼ੀ ਲੈਂਦੀ। ਇੱਦਾਂ ਸਾਰੇ ਅਸੀਂ ਇਸਤਰੀ ਬਣ ਕੇ ਵਾਹਿਗੁਰੂ ਕੰਤ ਦੀ ਖੁਸ਼ੀ ਲਈਏ। ਤਾਂ ਮਹਾਰਾਜ ਸੱਚੇ ਪਾਤਸ਼ਾਹ ਸ਼ੰਤ ਵਿੱਚ ਨਾਲ ਸ਼ਬਦ ਲਿਖਿਆ, ਸ਼ੰਤ ਦੱਖਣੀ। ਇਹ ਕਵਿਤਾ ਦਾ ਇੱਕ ਤੋਲ ਹੈ ਸ਼ੰਤ, ਇੱਕ ਪੱਖ ਹੈ ਕਾਵਕਤਾ ਦਾ। ਦੋਹਰੇ ਸ਼ਲੋਕ ਸ਼ੰਤ ਬਹੁਤ ਸਾਰੀ ਵਾਰੀ ਰਾਗਾਂ ਦੇ ਨਾਲ ਮਹਾਰਾਜ ਲਿਖਦੇ ਆ। ਰਾਗ ਗੌੜੀ ਪੂਰਬੀ ਖੇਤਰ ਦੇ ਪੈਟਰਨ ਤੇ ਗਾਇਆ ਜਾਣ ਵਾਲਾ ਰਾਗ, ਦੱਖਣੀ ਖੇਤਰ ਦੀ ਤਰਜ਼ ਤੇ ਗਾਇਆ ਜਾਣ ਵਾਲਾ ਸ਼ੰਤ। ਇਸ ਲਈ ਨਾਲ ਇਹ ਸਰਲੇਖ ਹੈ ਸ਼ੰਤ ਦੱਖਣੀ। ਤੇ ਜੋ ਮਹਾਰਾਜ ਕਿਰਪਾ ਕਰ ਰਹੇ ਆ, ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰੋ ਤੇ ਅਰਜ਼ੋਈ ਕਰੀਏ ਸਾਡਾ ਮਨ ਟਿਕ ਜਾਏ। ਨਿੱਠ ਕੇ ਨਾ, ਸਹਿਜ ਨਾਲ, ਆਪਣੇ ਕੋਲ ਥੋੜੇ ਜਿਹੇ ਮਿੰਟ ਹੁੰਦੇ ਆ ਤੇ ਗੁਰਮੁਖੀ ਚੌਂਕੜੇ ਲਾ ਕੇ, ਪ੍ਰੇਮ 'ਚ ਭਿੱਜ ਕੇ, ਸਭ ਕੁਝ ਭੁਲਾ ਕੇ ਆਪਣੀ ਸੁਰਤ ਨੂੰ ਵਾਹਿਗੁਰੂ ਨਾਲ ਜੋੜ ਕੇ ਨਾ ਇੱਕ ਵਾਰੀ ਰੀਫਰੈਸ਼ ਨਹੀਂ ਕਰਦੇ, ਜਿਵੇਂ ਸਾਡੇ ਬੱਚੇ ਕੰਪਿਊਟਰ ਚਲਾਉਂਦੇ ਉਹਨੂੰ ਰੀਫਰੈਸ਼ ਕਰਦੇ ਆ, ਤੇ ਇੱਕ ਵਾਰੀ ਆਪਣੇ ਆਪ ਨੂੰ ਰੀਫਰੈਸ਼ ਕਰੋ। ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਸ਼ੰਤ ਦੱਖਣੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੁੰਦ ਨਵੇਲੜੀਆ ਗੋਇਲ ਆਈ ਰਾਮ। ਮਟਕੀ ਡਾਰ ਤਰੀ ਹਰ ਲਿਵ ਲਾਈ ਰਾਮ। ਸਤਿਗੁਰੂ ਜੀ ਕਿਰਪਾ ਕਰ ਰਹੇ। ਮੁੰਦ ਬੜੀ ਵਾਰੀ ਇਸਤਰੀ ਰੂਪ ਨੂੰ ਮੁਖਾਤਬ ਹੋ ਕੇ ਕਹਿੰਦੇ, ਸੁਣ ਮੁੰਦੇ ਹਰਨਾਖੀਏ। ਮੁੰਦ ਕਿਆ? ਉਸ ਭਾਗੀ ਇਸਤਰੀ ਨੂੰ ਜਿਹੜੀ ਆਪਣੇ ਕੰਤ ਦੀ ਖੁਸ਼ੀ ਲੈਣਾ ਚਾਹੁੰਦੀ ਹੈ। ਇੱਥੇ ਮੁੰਦ ਸ਼ਬਦ ਵਰਤਿਆ। ਨਵੇਲੜੀ, ਨਵੀਂ ਨਰੋਈ। ਮੁੰਦ ਨਵੇਲੜੀ ਮਤਲਬ ਸਾਡੀ ਜਿਹੜੀ ਜਿੰਦ ਹੈ ਇਹ ਬੜੀ ਨਵੀਂ ਨਰੋਈ ਹੈ। ਮਤਲਬ ਇਹ ਕਿ ਦੁਨੀਆ ਦੇ ਕਲੰਕਾਂ ਤੋਂ ਮੁਕਤ ਹੈ, ਅਜੇ ਨਵੀਂ ਨਰੋਈ ਹੈ ਮੁੰਦ, ਅਜੇ ਇਹਨੂੰ ਦਾਗ ਨਹੀਂ ਲੱਗੇ। ਤੇ ਇਸ ਨਵੀਂ ਨਵੇਲੜੀ ਮੁੰਦ ਨੂੰ, ਇਸਤਰੀ ਨੂੰ ਇੱਕ ਗੱਲ ਆਖੀ, ਮੇਰੀ ਰੂਹ ਨੂੰ, ਮੁੰਦ ਨਵੇਲੜੀਆ ਗੋਇਲ ਆਈ ਰਾਮ। ਹੁਣ ਗੋਇਲ ਸ਼ਬਦ ਬਾਣੀ 'ਚ ਵੇਖੋਗੇ ਨਾ, ਗੋਇਲ ਤੇ ਗੋਇਲੀ, ਗੋਇਲ ਆਇਆ ਗੋਇਲੀ, ਬਾਣੀ 'ਚ ਬਚਨ ਪੜ੍ਹਦੇ ਹਾਂ। ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ, ਤੂੰ ਸੰਭਲ ਘਰ ਬਾਰ। ਗੋਇਲ ਆਇਆ ਗੋਇਲੀ। ਗੋਇਲੀ ਕਹਿੰਦੇ ਆ ਚਰਵਾਹਾ, ਗਾਵਾਂ ਮੱਝਾਂ ਚਾਰਨ ਵਾਲਾ। ਤੇ ਗਾਵਾਂ ਮੱਝਾਂ ਚਾਰਨ ਵਾਲਾ ਜਿਹੜਾ ਹੈ ਉਹ ਗਾਵਾਂ ਮੱਝਾਂ ਨੂੰ, ਵੱਗ ਨੂੰ ਲੈ ਕੇ, ਆਪਣੇ ਪਾਲੀ ਲੈ ਕੇ ਵੱਗ ਨੂੰ ਕਿੱਥੇ ਆਇਆ? ਗੋਇਲ ਵਿੱਚ, ਚਰਾਂਦ ਵਿੱਚ। ਵਕਤ ਹੁੰਦਾ ਸੀ ਵੀ ਖੁੱਲੀਆਂ ਚਰਾਂਦਾਂ, ਜ਼ਮੀਨਾਂ ਬੇਆਬਾਦ ਪਈਆਂ ਹੁੰਦੀਆਂ ਸੀ ਤੇ ਅਕਸਰ ਔੜ ਦੇ ਕਾਰਨ ਬਹੁਤੀਆਂ ਫਸਲਾਂ ਨਹੀਂ ਸੀ ਹੁੰਦੀਆਂ ਤੇ ਲੋਕ ਮੱਝਾਂ ਗਾਵਾਂ ਨੂੰ ਕਿੱਲੇ ਤੇ ਬੰਨ੍ਹ ਕੇ ਪੱਠੇ ਪਾਉਣ ਦੀ ਬਜਾਏ, ਕੱਖ ਪਾਉਣ ਦੀ ਬਜਾਏ ਚਰਾਂਦਾਂ ਵਿੱਚ ਚਾਰਨ ਲਈ ਲੈ ਕੇ ਜਾਂਦੇ ਸੀ। ਭਾਈ ਪੱਲਾ ਜੀ ਦੀ ਅਸੀਂ ਸਾਖੀ ਪੜ੍ਹਦੇ ਹਾਂ। ਘਰ 'ਚ ਗਰੀਬੀ ਆ, ਬਤਾਲੇ ਨਗਰ ਵਾਲੇ ਭਾਈ ਪੱਲਾ, 6ਵੇਂ ਪਾਤਸ਼ਾਹ ਦੇ ਪਿਆਰੇ। ਤੇ ਉਹ ਕੀ ਕੀਤਾ ਉਹਨਾਂ ਦਾ ਜੀ, ਸਾਰੇ ਪਿੰਡ ਦਾ ਵੱਗ ਇਕੱਠਾ ਕਰਦੇ ਆ ਤੇ ਮੱਝਾਂ ਚਾਰਦੇ, ਗਾਵਾਂ ਚਾਰਦੇ ਆ ਤੇ ਸਾਰਾ ਪਿੰਡ ਉਹਨਾਂ ਨੂੰ 6 ਮਹੀਨਿਆਂ ਬਾਅਦ ਦਾਣੇ ਦਿੰਦਾ। ਇੱਦਾਂ ਪਿੰਡਾਂ ਦੇ ਵਿੱਚ ਜਦੋਂ ਚਰਾਂਦਾਂ ਹੁੰਦੀਆਂ ਸੀ ਤੇ ਇਸ ਤਰ੍ਹਾਂ ਸੇਪੀ ਰੱਖਿਆ ਹੁੰਦਾ ਸੀ, ਸੀਰੀ ਰੱਖਿਆ ਹੁੰਦਾ ਸੀ ਕਿ ਉਹਨੇ ਸਾਰੇ ਪਿੰਡ ਦੀਆਂ ਮੱਝਾਂ ਗਾਵਾਂ ਚਾਰਨੀਆਂ ਤੇ ਫਿਰ ਲਿਆ ਕੇ ਆਪੋ ਆਪਣੇ ਘਰੀਓਂ ਵੜ ਜਾਣੀਆਂ। ਹੁਣ ਗੋਇਲ ਦੇ ਕੋਲ, ਗੋਇਲੀ ਦੇ ਕੋਲ ਮੰਨ ਲਓ 100 ਮੱਝਾਂ ਗਾਵਾਂ, ਸਾਰੇ ਪਿੰਡ ਦੀਆਂ 100 ਮੱਝਾਂ ਗਾਵਾਂ। ਤੇ ਉਹ ਸੋਚੇ ਵੀ ਆਫਰਿਆ ਫਿਰੇ, ਵੇਖੋ ਮੇਰੇ ਕੋਲ 100 ਮੱਝਾਂ ਗਾਵਾਂ, ਜਿੱਥੇ ਇਹ ਚਰ ਰਹੀਆਂ ਨੇ
ये 100 ਘਮਾਂ ਜ਼ਮੀਨ है। पर ਜਦੋਂ ਸ਼ਾਮਾਂ ਪੈਂਦੀਆਂ ਨੇ ਉਹ ਮੱਝਾਂ ਗਾਵਾਂ ਨੂੰ ਲੈ ਕੇ ਪਿੰਡ ਨੂੰ ਜਾਂਦਾ ਤੇ ਆਪੋ ਆਪਣੇ ਘਰਾਂ ਨੂੰ ਉਹ ਮੱਝਾਂ ਗਾਵਾਂ ਇੰਨੀਆਂ ਸਿਆਣੀਆਂ ਹੁੰਦੀਆਂ ਕਿ ਜਿਹਦਾ ਘਰ ਆਉਂਦਾ ਉਹ ਆਪਣੇ ਆਪਣੇ ਘਰ ਨੂੰ ਵੜਦੀ ਜਾਂਦੀ ਆ ਤੇ ਆਖਰ ਤੇ ਜਿਹੜਾ ਚਰਵਾਹਾ ਹੁੰਦਾ ਤੇ ਉਹਦੇ ਹੱਥ 'ਚ ਰਹਿ ਜਾਂਦਾ ਡੰਡਾ। ਸਾਰਾ ਦਿਨ ਉਹਦੇ ਕੋਲ 100 ਮੱਝਾਂ ਗਾਵਾਂ ਸੀ ਤੇ ਸ਼ਾਮ ਨੂੰ ਉਹਦੇ ਕੋਲ ਕੀ ਰਹਿ ਗਿਆ? ਖਾਲੀ ਹੱਥ ਇੱਕ ਡੰਡਾ। ਹੁਣ ਸਾਡੀ ਰੂਹ ਨੂੰ ਮੁਖਾਤਬ ਹੋ ਕੇ ਮਹਾਰਾਜ ਕਹਿੰਦੇ ਨੇ ਤੂੰ ਐਵੇਂ ਹੀ ਆਫਰਿਆ ਫਿਰਦਾ ਵੀ ਮੇਰੇ ਕੋਲ 100 ਘਮਾਂ ਜ਼ਮੀਨ, ਮੇਰੇ ਕੋਲ 100 200 ਵੇਖੋ ਕਿੰਨੀ ਪ੍ਰਾਪਰਟੀ, ਕਿੰਨਾ ਪਸਾਰਾ ਮੇਰਾ, ਤੇ ਜਿੱਦਣ ਸਮਾਂ ਪੁੱਗਣਾ ਸਾਂਝ ਪੈਣੀ ਆ ਉਦਣ ਤੇਰੇ ਪੱਲੇ ਕੱਖ ਵੀ ਨਹੀਂ ਰਹਿ ਜਾਣਾ। ਤੂੰ ਆਪਣੀ ਜ਼ਿੰਦਗੀ ਨੂੰ ਉਸ ਗੋਇਲੀ ਵਾਂਗ ਸਮਝ ਜਿਹਦੇ ਸਾਹਮਣੇ ਭਾਵੇਂ ਬਹੁਤ ਇੱਜ਼ਤ ਹੈ, ਬਹੁਤ ਗਾਵਾਂ ਮੱਝਾਂ ਜਿਹਨਾਂ ਦੀ ਕੀਮਤ ਅੰਕਣੀ ਹੋਵੇ ਤੇ ਅੱਜ 50-50 ਹਜ਼ਾਰ ਦੀ ਮੱਝ ਗਾਂ ਮਿਲ ਜਾਂਦੀ ਹੈ। ਕੋਈ ਕਹੇਗਾ ਵੀ ਇਹ ਤੇ 50-60 ਲੱਖ ਦਾ, ਕਰੋੜ ਰੁਪਏ ਦਾ ਮਾਲ ਹੈ ਇਹਦੇ ਕੋਲ, ਪਰ ਜਦੋਂ ਸ਼ਾਮਾਂ ਪਈਆਂ ਦਿਨ ਵਿਹਾ ਗਿਆ ਉਹ ਕਾਹੇ ਜੋਗਾ ਵੀ ਨਹੀਂ ਹੈ। ਇਦਾਂ ਸਾਹਿਬ ਕਹਿੰਦੇ ਨੇ ਮੁੰਦ ਨਵੇਲੜੀਆ ਗੋਇਲ ਆਈ ਰਾਮ, ਇਹ ਮੇਰੀਏ ਜਿੰਦੇ ਐਵੇਂ ਵੇਖ ਕੇ ਪਸਾਰਾ ਮਾਣ ਨਾ ਕਰ, ਤੇਰੀ ਹਾਲਤ ਉਸੇ ਚਰਵਾਏ ਵਰਗੀ ਆ ਜਿਹਦੇ ਕੋਲ ਦੇਖਣ ਨੂੰ ਤੇ ਅਗਲਾ ਕਹਿੰਦਾ ਤੇਰੀਆਂ 100 ਮੱਝਾਂ ਤੇ ਪੱਲੇ ਉਹਦੇ ਕੱਖ ਵੀ ਨਹੀਂ ਹੁੰਦਾ। ਐਵੇਂ ਗੁਮਾਨ ਨਾ ਕਰ, ਇੱਥੋਂ ਤੱਕ ਤੇਰਾ ਤੇ ਆ ਜਿਹੜੀ ਚਮੜੀ ਵੇਖਦੀ ਪਈ ਆ ਦਿਨ ਰਾਤ ਇਹ ਵੀ ਤੇਰੀ ਨਹੀਂ ਹੈ। ਅਸਥਿਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਖੇਹ, ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨਲਾਜ ਰੇ, ਬੀਤ ਜੈ ਹੈ ਜਨਮ ਅਕਾਜ ਰੇ। ਬੰਦੇ ਨੂੰ ਸਭ ਤੋਂ ਵੱਡਾ ਭੁਲੇਖਾ ਆ ਮੇਰਾ ਕਿੰਨਾ ਕੁਝ ਹੈ, ਮੈਂ ਕਿੰਨਾ ਕੁਝ ਬਣਾ ਲਿਆ। ਤਰੱਕੀ ਕਰੋ, ਜ਼ਰੂਰ ਤਰੱਕੀ ਕਰੋ, ਮਿਹਨਤ ਕਰੋ, ਕਿਰਤ ਕਰੋ, ਤੰਦਰੁਸਤੀ ਵਾਹਿਗੁਰੂ ਤੁਹਾਨੂੰ ਦਵੇ, ਪਰ ਆ ਜਿਹੜੀ ਮੇਰੀ ਦੀ ਪਕੜ ਹੈ ਨਾ ਇਹ ਸਾਨੂੰ ਸੰਸਾਰ ਵੱਲੋਂ ਤੇ ਉੱਚਾ ਚੁੱਕੀ ਜਾਂਦੀ ਹੈ ਪਰ ਆਤਮਿਕ ਤੌਰ ਤੇ ਨਿਘਾਰ 'ਚ ਲੈ ਜਾਂਦੀ ਹੈ। ਜਿੰਨੀ ਮੇਰੀ ਹੈ ਉਹਨੇ ਫਸ ਗਏ ਆ। ਮੇਰੀ ਧਾਰ ਬੰਧਨ ਬੰਧਿਆ ਤੇ ਲੈ ਕੇ ਕਿੱਥੇ ਗਏ? ਨਰਕ ਸੁਰਗੇ ਅਵਤਾਰ ਮਾਇਆ ਧੰਦਿਆ। ਸਾਨੂੰ ਬਾਬਾ ਰਵਿਦਾਸ ਜੀ ਕਹਿੰਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਤੂੰ ਉਸ ਗੋਇਲੀ ਵਾਂਗ ਕਹਿ ਰਿਹਾ ਮੇਰੇ ਕੋਲ ਏਡਾ ਵੱਗ, ਕੀ ਹੈ ਤੇਰਾ? ਔਰ ਤੇਰੀ ਹਸਤੀ ਬਾਬਾ ਰਵਿਦਾਸ ਕਹਿੰਦੇ ਰੁੱਖ ਤੇ ਬੈਠੇ ਪੰਛੀ ਵਰਗੀ ਹੈ, ਜਿਹੜਾ ਭਰਮ ਪਾਲ ਕੇ ਕਹਿੰਦਾ ਰੁੱਖ ਮੇਰਾ, ਡਾਲ ਮੇਰਾ। ਉਹ ਭੋਲਿਆ ਤੇਰੇ ਤੋਂ ਪਹਿਲਾਂ ਕਿੰਨੇ ਇਸ ਰੁੱਖ ਤੇ ਬੈਠੇ ਤੇ ਉਡਾਰੀਆਂ ਮਾਰ ਕੇ, ਤੇਰਾ ਕੱਖ ਵੀ ਨਹੀਂ ਹੈ। ਇਹ ਉਨੀ ਦੇਰ ਹੀ ਤੂੰ ਭੁਲੇਖਾ ਖਾਈ ਬੈਠਾ ਜਿੰਨੀ ਦੇਰ ਉਸ ਰੁੱਖ ਦੀ ਡਾਲੀ ਤੇ ਬੈਠਾ ਹੈ। ਜੈਸੇ ਤਰਵਰ ਪੰਖ ਬਸੇਰਾ, ਤਰਵਰ ਕਹਿੰਦੇ ਆ ਰੁੱਖ ਨੂੰ, ਜਿਵੇਂ ਰੁੱਖ ਤੇ ਪੰਛੀ ਦਾ ਵਾਸਾ, ਘੜੀ ਦੋ ਘੜੀਆਂ ਵਾਸਤੇ ਹੀ ਹੈ। ਦਾਵੇ ਨਾ ਕਰ ਰੁੱਖ ਮੇਰਾ। ਇਹ ਅੱਖਰ ਬੜਾ ਪਿਆਰਾ ਵਰਤਿਆ, ਤੂੰ ਗੋਇਲ ਹੈ, ਗੋਇਲੀ ਹੈ ਤੂੰ ਤੇ ਗੋਇਲ ਵਿੱਚ ਆਇਆ, ਮਤਲਬ ਤੂੰ ਚਰਵਾਹਾ ਹੈ ਤੇ ਚਰਾਂਦ ਵਿੱਚ ਆਇਆ। ਨਾ ਚਰਾਂਦ ਤੇਰੀ ਹੈ ਤੇ ਨਾ ਇਹ ਵੱਗ ਤੇਰਾ ਹੈ। ਤੇ ਜਦੋਂ ਤੇਰੀ ਜ਼ਿੰਦਗੀ ਦੀਆਂ ਸ਼ਾਮਾਂ ਪੈਣੀਆਂ ਤੇ ਫਿਰ ਚੱਲੇ ਜਵਾਰੀ ਦੋਏ ਹੱਥ ਚਾਰ, ਹੱਥ ਖਾਲੀ ਫਿਰ ਮੁੰਦ ਨਵੇਲੜੀਆ ਗੋਇਲ ਆਈ ਰਾਮ, ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ। ਮਟਕੀ ਕਹਿੰਦੇ ਆ ਮੱਟ ਹੁੰਦਾ ਸੀ ਨਾ ਜੀ, ਵੱਡਾ ਮੱਟ, ਤੇ ਜਿਹੜੀ ਛੋਟੀ ਹੁੰਦੀ ਸੀ ਉਹਨੂੰ ਮਟਕੀ, ਚਾਟੀ, ਵੱਡਾ ਚੱਟ ਵੀ ਕਹਿੰਦੇ ਸੀ ਜਾਂ ਮੱਟ। ਤੇ ਜਿਹੜੀ ਤੂੰ ਬੋਝ ਸਿਰ ਤੇ ਚੁੱਕੀ ਫਿਰਦੀ ਐ, ਜਿੰਦੇ ਇਹ ਮਟਕੀ ਸੁੱਟ ਦੇ ਕਾਹਨੂੰ ਭਾਰ ਚੁੱਕਿਆ ਹੋਇਆ। ਤੁਰ ਤੇ ਕਿਸੇ ਦੇ ਆਸਰੇ ਰਿਹਾ। ਹੁਣ ਮੰਨ ਲਓ ਬੰਦਾ ਟ੍ਰੇਨ 'ਚ ਚੜਿਆ ਨਾ ਤੇ ਭੱਜ ਕੀ ਰਹੀ ਹੈ ਟ੍ਰੇਨ, ਕਾਹਦੇ ਆਸਰੇ? ਉਹ ਜਿਹੜੀ ਇੰਜਨ ਦਾ ਜ਼ੋਰ ਲੱਗ ਰਿਹਾ। ਤੇ ਇੱਕ ਬੰਦੇ ਨੇ ਸਿਰ ਤੇ ਪੰਡ ਚੁੱਕੀ ਹੋਈ ਆ ਮਣ ਪੱਕੇ ਦੀ, ਤੇ ਉਹ ਸੋਚਦਾ ਮੈਂ ਭਾਰ ਲੈ ਕੇ ਜਾ ਰਿਹਾ। ਉਹ ਤੂੰ ਨਹੀਂ ਲੈ ਕੇ ਜਾ ਰਿਹਾ, ਜਿਹੜਾ ਤੈਨੂੰ ਵੀ ਨਾਲ ਲੈ ਕੇ ਜਾ ਰਿਹਾ ਨਾ ਉਹ ਲੈ ਕੇ ਜਾ ਰਿਹਾ। ਆਹੀ ਭੁਲੇਖਾ ਇੱਥੇ ਹੈ। ਮਨੁੱਖ ਨੇ ਐਵੇਂ ਹੀ ਛੱਜ ਬੰਨਿਆ ਹੋਇਆ ਸਿਰ ਦੇ ਉੱਤੇ, ਮੇਰੇ ਕਰਕੇ ਪ੍ਰਬੰਧ ਹੈ, ਮੇਰੇ ਕਰਕੇ ਹੀ ਸਾਰਾ ਕੁਝ ਹੈ। ਤੇ ਕਈ ਵਾਰੀ ਤੇ ਇੱਥੋਂ ਤੱਕ ਭੁਲੇਖਾ ਪੈ ਜਾਂਦਾ ਮੇਰੇ ਕਰਕੇ ਪੰਥ ਹੈ। ਇੱਥੇ ਵੀ ਭੁਲੇਖਾ ਖਾ ਜਾਂਦੇ ਆ। ਜਿਹੜੇ ਪੰਥ ਦਾ ਅੰਗ ਬਣ ਕੇ ਅਸੀਂ ਆਪਾ ਮਿਟਾਣਾ ਸੀ, ਇਹ ਵੀ ਭੁਲੇਖਾ ਖਾ ਜਾਂਦੇ ਆ ਮੇਰੇ ਕਰਕੇ ਪੰਥ ਹੈ। ਜਿਹੜਾ ਰੋਜ਼ ਪੜ੍ਹਦੇ ਫਿਰਦੇ ਸਿੱਖ ਕਿ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਇਹ ਦਾਵਾ ਜਦੋਂ ਅਸੀਂ ਸਾਰੇ ਕਰਾਂਗੇ ਨਾ ਤੇ ਸਵਾਏ ਕਲੇਸ਼ ਦੇ ਹੋਰ ਕੁਝ ਵੀ ਨਹੀਂ ਰਹਿਣਾ। ਮੈਂ ਚਲਾ ਰਿਹਾ ਪੰਥ, ਮੇਰੀ ਸਿਆਣਪ। ਇਹ ਪੰਡ ਲਾ ਦੇ, ਭਾਵੇਂ ਉਹ ਪੰਥਕ ਰੂਪ 'ਚ ਹੈ
ਤੇ ਭਾਵੇਂ ਨਿੱਜੀ ਰੂਪ 'ਚ ਹੈ। ਹਾਂ, ਤੂੰ ਆਪਣਾ ਫਰਜ਼ ਅਦਾ ਕਰ, ਤੇਰੀ ਜ਼ਿੰਮੇਵਾਰੀ ਵਾਹਿਗੁਰੂ ਨੇ ਲਾਈ ਹੈ। ਮਟਕੀ ਡਾਰ ਧਰੀ ਵਗਾ ਸੁੱਟ ਇਹਨੂੰ, ਜਿਹੜਾ ਮੇਰੀ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ ਨਾ, ਤੂੰ ਕੁਛ ਵੀ ਨਹੀਂ ਹੈ, ਤੂੰ ਗੋਇਲੀ ਹੈ। ਤੇ ਖਾਲੀ ਹੱਥ ਸ਼ਾਮ ਨੂੰ ਚੱਲ ਜਾਣਾ, ਇਹ ਪੰਡ ਉਤਾਰ ਦੇ, ਵਾਹਿਗੁਰੂ ਨਾਲ ਲਿਵ ਲਾ ਲੈ। ਲਿਵ ਲਾਏ ਹਰ ਸਿਉ ਰਹੀ ਗੋਇਲ, ਸਹਿਜ ਸ਼ਬਦ ਸਿਗਾਰੀਆ। ਜਿਨ੍ਹਾਂ ਦੀ ਲਿਵ ਲੱਗ ਗਈ ਆ ਵਾਹਿਗੁਰੂ ਨਾਲ, ਉਹਨਾਂ ਦੇ ਦੋ ਗੁਣ ਬੜੇ ਕਮਾਲ ਦੇ ਆ ਭੈਣੋ, ਖਿਆਲ ਕਰਿਓ। ਇੱਕ ਤੇ ਉਹਨਾਂ ਦੀ ਜ਼ਿੰਦਗੀ 'ਚ ਸਹਿਜ ਆ ਗਿਆ, ਇੱਕ ਉਹਨਾਂ ਦੀ ਜ਼ਿੰਦਗੀ ਦਾ ਸ਼ਿੰਗਾਰ ਬੜਾ ਸੋਹਣਾ। ਹੁਣ ਜਦੋਂ ਜ਼ਿੰਦਗੀ ਦੇ ਸ਼ਿੰਗਾਰ ਦੀ ਗੱਲ ਆਉਂਦੀ ਹੈ ਤੇ ਦੁਨਿਆਵੀ ਤੌਰ ਤੇ ਸਾਡਾ ਧਿਆਨ ਕਿੱਥੇ ਜਾਂਦਾ? ਆਪਾਂ ਆਪਣੀ ਧੀ ਦਾ ਵਿਆਹ ਹੋਵੇ ਤੇ ਸ਼ਿੰਗਾਰ ਕਰਦੀਆਂ ਸਾਡੀਆਂ ਧੀਆਂ 99% ਨਕਲੀ ਸ਼ਿੰਗਾਰ ਕਰ ਰਹੇ ਆ, ਕਿਰਾਏ ਤੇ ਗਹਿਣੇ ਲੈ ਕੇ ਤੇ ਕਿਰਾਏ ਤੇ ਕੱਪੜੇ ਲੈ ਕੇ। ਨਕਲੀ ਗਹਿਣੇ ਰੈਂਟ ਤੇ ਲਏ ਹੋਏ ਆ, ਵਾਪਸ ਕਰ ਦੇਣੇ। ਹੁਣ ਉਹ ਨਕਲੀ ਜ਼ਿੰਦਗੀ, ਨਕਲੀ ਸ਼ਿੰਗਾਰ ਤੇ ਨਕਲੀ ਖੁਸ਼ੀਆਂ। ਗੁਰੂ ਸਾਹਿਬ ਜੀ ਕਹਿੰਦੇ ਜ਼ਿੰਦਗੀ ਨੂੰ ਸ਼ਿੰਗਾਰਨਾ ਕਾਹਦੇ ਨਾਲ ਹੈ? ਸਹਿਜ ਸ਼ਬਦ ਸ਼ਿੰਗਾਰੀਆ। ਜੇ ਸ਼ਿੰਗਾਰਨਾ ਤੇ ਸ਼ਬਦ ਦੇ ਗੁਣਾਂ ਨਾਲ ਸ਼ਿੰਗਾਰ। ਸ਼ਬਦ ਤੈਨੂੰ ਸਤ ਸੰਤੋਖ ਭਾਉ ਦੇਵੇਗਾ। ਸ਼ਬਦ ਤੈਨੂੰ ਕੀ ਦੇਵੇਗਾ? ਨਿਵਣ ਸੁਅੱਖਰ, ਖਵਣ ਗੁਣ, ਜਿਹਬਾ ਮਣੀਆਂ ਮੰਤ, ਜ਼ੁਬਾਨ ਦੀ ਮਿਠਾਸ ਦੇਵੇਗਾ, ਮਨ ਦੀ ਨਿਮਰਤਾ ਦੇਵੇਗਾ, ਜਰਨ ਦੀ ਸ਼ਕਤੀ ਦੇਵੇਗਾ। ਤੇ ਜਿੱਦਣ ਸ਼ਬਦ ਦੇ ਗੁਣਾਂ ਨਾਲ ਜ਼ਿੰਦਗੀ ਨੂੰ ਸ਼ਿੰਗਾਰੇਂਗੀ, ਉਦੋਂ ਜ਼ਿੰਦਗੀ 'ਚ ਸਹਿਜ ਆਏਗਾ। ਹੇ ਮੁੰਦ, ਹੇ ਇਸਤਰੀ, ਹੇ ਮੇਰੀ ਰੂਹ, ਸੁਣ, ਤੈਨੂੰ ਗੁਰੂ ਸ਼ਿੰਗਾਰ ਰਿਹਾ ਸ਼ਬਦ ਨਾਲ, ਤੇ ਇਹ ਗੁਣ ਗ੍ਰਹਿਣ ਕਰ। ਕਰ ਜੋੜ ਗੁਰ ਪਹਿ ਕਰ ਬੇਨੰਤੀ, ਮਿਲਹੁ ਸਾਚ ਪਿਆਰੀਆ। ਤੂੰ ਨਿਮਰਤਾ ਲਿਆ ਤੇ ਹੱਥ ਜੋੜ ਕੇ ਗੁਰੂ ਵਿਚੋਲੇ ਨੂੰ ਕਹਿ ਕਿ ਮੈਨੂੰ ਮੇਰੇ ਸਹੁ ਨਾਲ ਮਿਲਾ ਦੋ, ਮੈਨੂੰ ਮੇਰੇ ਪਿਆਰੇ ਨਾਲ ਮਿਲਾ। ਪਾਮ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਂਕੂ ਦੇਸਾਂ। ਸੁਣ ਮੀਤਾ, ਹਉ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋ ਦਿਓ ਉਪਦੇਸਾ। ਮੈਨੂੰ ਮਿਲਾ ਦਿਓ ਮਹਾਰਾਜ। ਤੂੰ ਤਰਲਾ ਲੈ ਕੇ ਕਿਆ ਕਰ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ। ਮੈਂ ਪ੍ਰਾਣ ਤੱਕ ਭੇਟ ਕਰਦਿਆਂ ਇਹ ਜੋਦੜੀ ਕਰਕੇ ਮੈਂ ਪਿਆਰੇ ਨਾਲ ਮਿਲਣਾ ਹੈ। ਤਨ ਪਾਏ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ। ਧਨ ਵੀ ਇਸਤਰੀ, ਧਨ ਫਿਰ ਇਹ ਨਾ ਆਖੀਏ, ਪੜ੍ਹਦੇ ਆ ਨਾ, ਫਿਰ ਪਤੀ ਤੇ ਧਨ ਇਸਤਰੀ। ਕਹਿੰਦੇ ਇਕੱਠੇ ਬੈਠਣ ਨਾਲ ਨਹੀਂ ਇੱਕ ਹੁੰਦਾ, ਏਕ ਜੋਤ ਦੋਏ ਮੂਰਤੀ ਹੋਣਾ ਪੈਂਦਾ। ਇੱਥੇ ਕਿਹਾ ਧਨ ਭਾਏ ਭਗਤੀ ਦੇਖ ਪ੍ਰੀਤਮ। ਜਿੱਦਣ ਇਹ ਜਿੰਦ ਭਗਤੀ ਵਿੱਚ ਰੰਗੀ ਗਈ, ਪ੍ਰੇਮਾ ਭਗਤੀ ਦੇ ਵਿੱਚ, ਤੇ ਮੇਰੇ ਮਾਲਕ ਦਾ ਮਿਲਾਪ ਇੰਨਾ ਪਵਿੱਤਰ ਹੋਣਾ। ਇੱਕ ਤੇ ਦੁਨਿਆਵੀ ਪਤੀ ਦਾ ਮਿਲਾਪ ਹੈ ਨਾ, ਸਰੀਰਕ ਛੂਹਾਂ ਤੱਕ ਸੀਮਤ ਹੈ। ਇਹ ਮਿਲਾਪ ਇੰਨਾ ਪਵਿੱਤਰ ਹੋਣਾ ਕਿ ਇਸ ਮਿਲਾਪ ਨੇ ਅੰਦਰੋਂ ਵਿਕਾਰਾਂ ਨੂੰ ਮਾਰ ਦੇਣਾ ਹੈ। ਨਾਨਕ ਮੁੰਦ ਨਵੇਲ ਸੁੰਦਰ, ਦੇਖ ਫਿਰ ਸਾਧਾਰਿਆ। ਸਾਧਾਰਿਆ, ਧਾਰਨ ਕੀਤਾ, ਫਿਰ ਵਾਲੀ ਹੋ ਗਈ। ਵੇਖੋ ਕਿੰਨੀ ਸੋਹਣੀ ਹੈ ਸੁਭਾਗੀ। ਹੁਣ ਜੇ ਦੁਨਿਆਵੀ ਗਹਿਣੇ ਤੇ ਅੰਤਾਂ ਦੇ ਪਾਏ ਹੋਣ, ਪਰ ਕੰਤ ਵਾਲੀ ਨਾ ਹੋਈ ਹੋਵੇ, ਤੇ ਉਹ ਗਹਿਣੇ ਕੰਨਾਂ ਨੂੰ ਖਾਣ ਨੂੰ ਪੈਂਦੇ। ਸਾਧ ਸੰਗਤ, ਸਖੀ ਕਾਜਲ, ਹਾਰ, ਤੰਬੋਲ, ਸਭੈ ਕਿਛ ਸਾਜਿਆ, 16 ਕੀਏ ਸ਼ਿੰਗਾਰ ਕਿ ਅੰਜਨ ਪਾਜਿਆ। ਜੇ ਘਰ ਆਵੈ ਕੰਤ, ਫਿਰ ਤੇ ਮੁੱਲ ਪੈ ਗਿਆ। ਜੇ ਘਰ ਆਵੈ ਕੰਤ ਸਭੋ ਕਿਛ ਪਾਈਐ, ਹਰ ਹਾਂ ਕੰਤੈ ਬਾਅਦ ਸ਼ਿੰਗਾਰ ਸਭ ਬਿਰਥਾ ਜਾਈਏ। ਆ ਮਹੀਨਾ ਆਰੰਭ ਹੋਇਆ ਤੇ ਤੁਸੀਂ ਬਚਨ ਸੁਣਿਆ ਹੋਏਗਾ, ਭਾਦੋ ਭਰਮ ਭੁੱਲੀ ਭਰ ਜੋਬਨ ਪਛਤਾਣੀ, ਜਲ ਥਲ ਨੀਰ ਭਰੈ ਬਰਸ ਰੁੱਤੇ ਰੰਗ ਮਾਣੀ। ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ, ਪ੍ਰਿਓ ਪ੍ਰਿਓ ਚਵੈ ਬੰਬੀਹਾ ਬੋਲੇ, ਭਯੰਗਮ ਫਿਰੈ ਦਸੰਤੇ। ਮੱਛਰ ਡੰਗ ਸਾਇਰ ਭਰ ਸੁਭਰ, ਬਿਨ ਹਰ ਕਿਉਂ ਸੁਖ ਪਾਈਐ। ਨਾਨਕ ਪੂਛ ਚਲੋ ਗੁਰੇ ਆਪਣਾ, ਜਹ ਪ੍ਰਭ ਤੈ ਹੀ ਜਾਈਐ। ਰੁੱਤ ਸੋਹਣੀ ਹੈ, ਮੌਸਮ ਬਦਲ ਗਿਆ, ਬਾਰਿਸ਼ ਹੋ ਰਹੀ ਹੈ, ਬੜਾ ਸੋਹਣਾ ਸੁਹਾਵਣਾ, ਮੋਰ ਕੂਕਦੇ ਆ ਬਾਗਾਂ ਵਿੱਚ, ਹਰਿਆਵਲ ਹੀ ਹਰਿਆਵਲ ਆ ਗਈ ਹੈ। ਪਰ ਜਿਹੜੀ ਕੰਤ ਤੋਂ ਵੀ ਹੋਣੀ ਆ, ਉਹ ਕਿੱਥੇ ਸੁਖੀ ਹੈ। ਸਾਵਣ ਬੜਾ ਸੋਹਣਾ ਆਇਆ ਸੀ,
ਸਾਵਣ ਸਰਸਮਣਾ ਘਣ ਬਰਸੈ ਰੁਤੇ ਆਏ, ਮਨ ਤਨ ਸੌ ਭਾਵੈ ਪਿਰ ਪ੍ਰਦੇਸ ਸਧਾਏ, ਪਿਰ ਘਰ ਨਹੀਂ ਹਾਵੈ ਮਰੀਐ ਹਾਵੈ, ਦਾਮਨ ਚਮਕ ਡਰਾਈ, ਸੇਜ ਅਕੇਲੀ ਖਰੀ ਦੁਹੇਲੀ, ਮਰਨ ਭਇਆ ਦੁਖ ਮਾਏ। ਕਾਹਦਾ ਮਿਲਾਪ ਤੋਂ ਬਿਨਾਂ ਕਾਹਦਾ ਸੁੱਖ। ਉਹ ਸੁਭਾਗੀ ਸ਼ਿੰਗਾਰੀ ਹੋਈ ਹੈ ਜਿਹੜੀ ਕੰਤ ਵਾਲੀ ਹੈ। ਸਚ ਨਵੇਲੜੀਏ ਜੋਬਨ ਬਾਲੀ ਰਾਮ, ਹੇ ਜੋਬਨ ਚ ਮੱਤੀਏ ਹੋਈਏ, ਹੇ ਬਾਲ ਮੱਤ ਵਾਲੀਏ, ਤੂੰ ਸੱਚ ਨੂੰ ਕਮਾਏਂਗੀ ਤੇ ਨਵੀਂ ਨਵੇਲੀ ਹੈ, ਨਹੀਂ ਤੇ ਫਿਰ ਘਸ ਪਿੱਟ ਕੇ ਜਿੰਦ ਮੈਲੀ ਹੋ ਜਾਏਗੀ, ਕਲੰਕਤ ਹੋ ਜਾਏਗੀ। ਸੱਚ ਨੂੰ ਕਮਾ ਤੂੰ। ਆਓ ਨ ਜਾਓ ਕਹੀ ਆਪਣੇ ਸਹਿ ਨਾਲੀ ਰਾਮ, ਤੈਨੂੰ ਕਿਤੇ ਆਉਣ ਜਾਣ ਦੀ ਲੋੜ ਨਹੀਂ, ਧੱਕੇ ਖਾਣ ਦੀ ਲੋੜ ਨਹੀਂ ਕਿ ਵੀਰਵਾਰ ਇੱਧਰ ਨੂੰ ਚਲੇ ਗਏ, ਐਤਵਾਰ ਇੱਧਰ ਨੂੰ ਚਲੇ ਗਏ। ਆਓ ਨਾ ਜਾਏ ਕਹੀਂ, ਮੈਨੂੰ ਦੱਸੋ, ਆਓ ਨਾ ਜਾਏ ਕਹੀਂ ਆਪਣੇ ਸਹਿ ਨਾਲੀ। ਮੈਂ ਕਿਤੇ ਨਹੀਂ ਜਾਂਦੀ ਆਪਣਾ ਖਸਮ ਛੱਡ ਕੇ, ਮੈਂ ਆਪਣੇ 100 ਦੇ ਨਾਲ ਹਾਂ। ਇਹ ਸੁਹਾਗਣ ਦਾ ਗੁਣ ਹੈ। ਨਾਹਿ ਆਪਣੇ ਸੰਗ ਦਾਸੀ, ਮੈਂ ਭਗਤ ਹਰ ਕੀ ਭਾਵਏ। ਨਾਹ ਆਪਣੇ ਸੰਗ, ਨਾਹ ਖਸਮ, ਪਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੈ ਨਾਹ। ਨਾਹ ਦਾ ਅਰਥ ਹੈ ਖਸਮ। ਇਹਦੇ ਕਿਹਾ ਨਾਹ ਆਪਣੇ ਸੰਗ ਦਾਸੀ। ਇਹ ਜਿਹੜੀ ਟਹਿਲਣ ਹੈ, ਇਹ ਇਹਨੂੰ ਮਾਣ ਹੈ ਕਿ ਮੈਂ ਆਪਣੇ ਕੰਤ ਦੇ ਨਾਲ ਏਡੇ ਭਰੋਸੇ 'ਚ ਜੂਣਾ ਸਾਧ ਸੰਗਤ। ਤੇ ਉਹ ਮੇਰਾ ਸਾਓ ਜਿਹੜਾ ਹੈ ਉਹ ਸੱਚਾ ਸਦੀਵ ਰਹਿਣ ਵਾਲਾ ਹੈ। ਅਗਾਧ ਬੋਧ ਅਕਥ ਕਥੀਐ, ਸਹਿਜ ਪ੍ਰਭ ਗੁਣ ਗਾਵੇ। ਜਿਹਨੂੰ ਕਥਿਆ ਨਹੀਂ ਜਾ ਸਕਦਾ, ਜਿਹੜਾ ਅਕਥ ਹੈ, ਜਿਹਦਾ ਪਾਰਾਵਾਰ ਨਹੀਂ, ਪਰ ਜਦੋਂ ਫੇਰ ਉਹਦੇ ਗੁਣ ਗਾਉਂਦਾ ਹੈ ਨਾ ਤੇ ਜ਼ਿੰਦਗੀ ਵਿੱਚ ਸਹਿਜ ਆਉਂਦਾ ਹੈ। ਰਾਮ ਨਾਮ ਰਸਾਲ ਰਸੀਆ, ਰਵੈ ਸਾਚ ਪਿਆਰੀਆ। ਹਾਂ, ਇਹ ਰਸ ਹੈ ਜੀ। ਜਿਵੇਂ ਦੁਨੀਆ ਝੂਠੇ ਰਸ ਨੇ, ਜੀਭ ਦਾ ਵਕਤੀ ਰਸ, ਅੱਖਾਂ ਦਾ ਵਕਤੀ ਰਸ, ਕੰਨਾਂ ਦਾ ਵਕਤੀ ਰਸ, ਇਹ ਰਸ ਆਵੈ ਉਹ ਰਸ ਨਾ ਭਾਵੈ। ਤੇ ਜਿੱਦਣ ਇਹ ਚੱਖ ਲਿਆ ਰਾਮ ਰਸ ਪੀਆ ਰੇ, ਇਹ ਰਸ ਬਿਸਰ ਗਏ ਰਸ ਔਰ। ਬਿਖ ਬਨ ਫੀਕਾ ਤਿਆਗ ਰੇ ਸਖੀਏ, ਨਾਮ ਮਹਾਰਸ। ਕੀ ਪੀਣਾ ਜੀ? ਨਾਮ। ਇਹਨੂੰ ਕੀ ਕਿਹਾ? ਨਾਮ। ਸਾਰੇ ਕੋ ਨਾਮ ਮਹਾਰਸ, ਨਾਮ ਮਹਾਰਸ ਪੀਓ। ਇਸ ਮਹਾਰਸ ਨੂੰ ਪੀਣਾ। ਤੋ ਇੱਥੇ ਬਾਣੀ 'ਚ ਸ਼ਬਦ ਵਰਤਿਆ। ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਭਾਈ ਇਹ ਜਿਹੜਾ ਹੈ ਉੱਤਮ ਰਸ ਹੈ, ਬਾਕੀ ਸਭ ਰਸ ਹੋਸ਼ੇ ਹਨ। ਗੁਰ ਸ਼ਬਦ ਦੀਆ ਦਾਨ ਕੀਆ, ਨਾਨਕਾ ਵਿਚਾਰੀਆ। ਹੋਰ ਮੈਨੂੰ ਕੀ ਦਿੱਤਾ ਗੁਰੂ ਨੇ ਜੀ? ਗੁਰੂ ਨੇ ਕੀ ਦਿੱਤਾ? ਸ਼ਬਦ ਦੀਆ। ਗੁਰੂ ਸਾਡੀ ਝੋਲੀ 'ਚ ਕੀ ਪਾ ਰਹੇ ਆ? ਕਿਹੜੀ ਬਖਸ਼ਿਸ਼ ਹੈ? ਗੁਰਪ੍ਰਸਾਦ, ਸ਼ਬਦ। ਤੇ ਜਿਹੜਾ ਸ਼ਬਦ ਨਾਲੋਂ ਟੁੱਟਾ ਹੈ, ਮਾਫ ਕਰਿਓ, ਮਹਾਰਾਜ ਨੇ ਕਿਹਾ ਉਹ ਪਾਗਲ ਹੋ ਗਿਆ। ਬਿਨ ਸ਼ਬਦੈ ਜਗ ਬੌਰਾਨੰ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਬਿਨ ਸ਼ਬਦੈ ਜਗ ਬੌਰਾਨੰ। ਗੁਰਮੁਖੋ, ਜੇ ਅਸੀਂ ਸ਼ਬਦ ਨਾਲੋਂ ਨਾ ਟੁੱਟੇ ਹੁੰਦੇ ਤੇ ਅੱਜ ਜਿਨ੍ਹਾਂ ਦੀਆਂ ਗੱਲਾਂ ਕਰ ਰਹੇ ਆ ਨਾ ਕਿ ਲੋਕੀ ਭਰਮ ਦਾ ਜਾਲ ਪਾ ਰਹੇ ਆ, ਇਹ ਚੋਰ ਨਹੀਂ ਸੀ ਲੱਗਣੇ। ਪਹਿਲਾਂ ਸਾਨੂੰ ਆਪਣਿਆਂ ਨੇ ਸ਼ਬਦ ਨਾਲੋਂ ਤੋੜਿਆ ਤੇ ਅੱਜ ਬਾਹਰਲੇ ਚੋਰ ਆ ਗਏ। ਗੁਰੂ ਨੇ ਸਾਨੂੰ ਸ਼ਬਦ ਨਾਲ ਜੋੜਿਆ। ਸੱਚੇ ਬਾਦਸ਼ਾਹ ਜੀ ਨੇ ਕੀ ਦਿੱਤਾ? ਗੁਰ ਸ਼ਬਦ ਦੀਆ, ਦਾਨ ਕੀਆ। ਤੇ ਉਸ ਦਾਨ ਨਾਲ, ਉਸ ਬਖਸ਼ਿਸ਼ ਨਾਲ ਨਾਨਕਾ ਵਿਚਾਰੀਆ। ਫਿਰ ਇਹ ਜਿਹੜੀ ਜਿੰਦ ਹੈ ਇਹ ਵਿਚਾਰਵਾਨ ਬਣ ਗਈ, ਸੋਝੀ ਵਾਲੀ ਸਿਆਣੀ ਹੋ ਗਈ। ਸ੍ਰੀ ਦਰ ਮੋਹਿਆੜੀ ਫਿਰ ਸੰਗ ਸੂਤੀ ਰਾਮ। ਸ੍ਰੀ ਧਰ, ਵਿਦਵਾਨਾਂ ਨੇ ਅਰਥ ਕੀਤੇ ਕਿ ਮਾਇਆ ਦਾ ਕੰਤ ਹੈ, ਜਿਹੜਾ ਮਾਲਕ ਹੈ, ਜਿਹੜਾ ਸੌ ਹੈ, ਖਸਮ ਹੈ, ਮਾਇਆ ਪਿੱਛੇ ਨਾ ਭੱਜ। ਜਿਹੜਾ ਕੰਤ ਹੈ, ਜਿਹਦੇ ਹੱਥ ਵਿੱਚ ਸਾਰੀ ਕਾਇਨਾਤ ਹੈ, ਮੈਂ ਉਹਦੇ ਪ੍ਰੇਮ ਵਿੱਚ ਮੋਹੀ ਹੋਈ ਹਾਂ। ਸ੍ਰੀ ਧਰ ਮੋਹੀ ਆੜੀ। ਬਹੁਤੇ ਤੇ ਮਾਇਆ ਮਮਤਾ ਮੋਹਣੀ ਚ ਹੈ ਨਾ ਜੀ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਨਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸਵਾਓ, ਗੁਰਮੁਖ ਪ੍ਰਤੀਤ ਵਿੱਚ ਜੁੰਦਾ। ਤੋ ਗੁਰਮੁਖ ਕਹਿੰਦਾ ਜਿਹੜੀ ਗੁਰਮੁਖ ਰੂਹ ਹੈ ਉਹ ਭਾਈ ਕਰਤੇ ਦੇ ਨਾਲ, ਸੌ ਨਾਲ, ਕੰਤ ਨਾਲ ਮੋਹੀ ਹੋਈ ਹੈ। ਫਿਰ ਸੰਗ ਸੁੱਤੀ ਰਾਮ, ਉਹਦਾ ਦਿਨ ਰਾਤ ਮੇਲ ਜਿਹੜਾ ਹੈ
ਉਹ ਪਿਆਰੇ ਪਰਮੇਸ਼ਰ ਕੰਤ ਨਾਲ ਹੁੰਦਾ ਹੈ। ਗੁਰ ਕੈ ਭਾਏ ਚਲੋ ਸਾਚ ਸੰਗੂਤੀ RAM। ਇਹ ਸੱਚ ਦਾ ਸੰਗ ਹੈ, ਗੁਰੂ ਦੇ ਅਨੁਸਾਰ ਹੋ ਕੇ ਚੱਲਣਾ। ਤਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ। ਕੰਤ ਦਾ ਵਸਲ ਮਿਲਿਆ ਇਹ ਸਤ ਸੰਗੀ ਰੂਹੋ, ਤੇ ਸੱਚ ਦੇ ਵਿੱਚ ਰੱਤੀ ਗਈ। ਇਕ ਪਾਏ ਇਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆ। ਫਿਰ ਇੱਕ ਪਾਏ, ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਪਾਏ। ਕੀ ਹੋਇਆ? ਇੱਕ ਪਾਏ ਇੱਕ ਮਨ ਨਾਮ ਵਸਿਆ ਤੇ ਸਤਿਗੁਰੂ ਹਮ ਮੇਲੀਆ। ਫਿਰ ਇਹ ਹੈ ਨਿਸ਼ਾਨੀ ਗੁਰੂ ਨਾਲ ਮਿਲਣ ਦੀ। ਇੱਕ ਮਨ ਇੱਕ ਚਿੱਤ ਪਾਏ ਜਦੋਂ ਬਣ ਗਿਆ, ਮਨ ਦਾ ਖੰਡਾ ਮੁੱਕ ਗਿਆ, ਇੱਧਰ ਉੱਧਰ ਦੀ ਝਾਕ ਮੁੱਕ ਗਈ, ਫਿਰ ਉਹ ਜਿੰਦ ਗੁਰੂ ਨਾਲ ਮਿਲੀ ਪ੍ਰਵਾਨ ਹੈ। ਦਿਨ ਰੈਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ। ਇੱਕ ਛਿਨ ਵਾਹਿਗੁਰੂ, ਭਾਵੇਂ ਦਿਨ ਹੋਵੇ ਰਾਤ ਹੋਵੇ ਸਾਹ ਹੋਵੇ ਅੱਖੀ ਝਮਕਣ ਜਿੰਨਾ ਸਮਾਂ ਵਾਹਿਗੁਰੂ ਪਿਆਰਾ ਨਾ ਵਿਸਰੇ। ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਭੰਜਨੋ। ਜੋਤ ਜਗਾਇਆ ਕਰੋ ਜੀ, ਜੋਤ ਜਗਾਉਂਦੇ ਹੋ ਭੈਣੋ? ਗੁਰੂ ਸਾਹਿਬ ਜੀ ਅੱਜ ਸਾਨੂੰ ਕਹਿ ਰਿਹਾ ਜੋਤ ਜਗਾਇਆ ਕਰੋ। ਪਰ ਕਿਹੜੀ ਜੋਤ? ਸ਼ਬਦ ਜੋਤ ਜਗਾਏ ਦੀਪਕ। ਸ਼ਬਦ ਜੋਤ ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਐ। ਦੀਵਾ ਚਾਹੀਦਾ, ਜੋਤ ਜਗਾਇਆ ਕਰੋ। ਪਰ ਜੋਤ ਉਹ ਜਿਹੜੀ ਸਾਡੀ ਰੂਹ ਨੂੰ ਰੁਸ਼ਨਾ ਦੇ, ਜਿਹੜੀ ਲੋਕ ਸਾਡਾ ਲੋਕ ਪਰਲੋਕ ਚਾਨਣ ਕਰਦੇ, ਉਹ ਜੋਤ ਹੈ ਗੁਰਸ਼ਬਦ ਦੀ। ਗੁਰਸਾਖੀ ਜੋਤ ਪ੍ਰਗਟ ਹੋਈ, ਜਗਦੀ ਪਈ ਹੈ, ਸਿੱਖਿਆ ਲੈ, ਤੂੰ ਉਸ ਜੋਤ ਦੇ ਚਾਨਣ ਚ ਆ ਜਾਏਗਾ। ਤੋ ਮਹਾਰਾਜ ਕਹਿੰਦੇ ਹਰ ਘਰ ਚ ਹਰ ਹਿਰਦੇ ਚ ਜੋਤ ਜਗੇ। ਗੁਰੂ ਦੇ ਸ਼ਬਦ ਦੀ ਜੋਤ ਪਿਰ ਦੇ ਨਾਲ ਜ਼ਿੰਦਗੀ ਨੂੰ ਜੋੜਦੀ ਹੈ। ਜੋਤ ਸਬਾਏੜੀਏ ਤ੍ਰਿਭਵਨ ਸਾਰੇ RAM। ਜੋਤ ਸੁਭਾਈ ਕਿੱਥੇ ਆ ਹੁਣ? ਉਹ ਜੋਤ ਇੱਕ ਜਗ੍ਹਾ ਤੇ ਨਹੀਂ ਵੀ ਫਲਾਣੇ ਥਾਂ ਜੋਤ ਜਗਦੀ ਹੈ, ਨਹੀਂ, ਉਹ ਜੋਤ ਸਾਰੇ ਜਗਤ ਵਿੱਚ ਹੈ। ਜੋਤ ਸੁਭਾਈ ਅੜੀਏ ਤ੍ਰਿਭਵਨ ਸਾਰੇ RAM। ਖੰਡਾਂ ਬ੍ਰਹਮੰਡਾਂ ਚ ਜਿਹੜੀ ਮਹਾਰਾਜ ਕਹਿੰਦੇ ਨਾ ਸਭ ਮੈਂ ਜੋਤ ਜੋਤ ਹੈ ਸੋਏ। ਸਤਿਗੁਰ ਸ਼ਬਦ ਉਜਾਰੋ ਦੀਪਾ, ਇਹਨੇ ਰੁਸ਼ਨਾਨਾ ਸਾਡੇ ਜੀਵਨ ਨੂੰ। ਤੇ ਉਹ ਰੱਬੀ ਜੋਤ ਸਾਰੀ ਕਾਇਨਾਤ ਵਿੱਚ ਜਗ ਰਹੀ ਹੈ। ਘਟ ਘਟ ਰਵ ਰਹਿਆ ਅਲਖ ਅਪਾਰੇ RAM। ਜਿਹਦਾ ਕੋਈ ਪਾਰਾਵਾਰ ਨਹੀਂ, ਉਹ ਸਭ ਘਟਾਂ ਵਿੱਚ ਪੂਰਨ ਹੈ। ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ। ਉਹ ਲਖਿਆ ਤੇ ਨਹੀਂ ਜਾਂਦਾ, ਪਰ ਜੇ ਆਪਾ ਮਾਰੀਏ ਤੇ ਫਿਰ ਮਿਲਦਾ। ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤੁਰਾਈ। ਤੋ ਆਪੇ ਨੂੰ ਮਾਰ ਕੇ, ਨਿਜ ਨੂੰ ਮੈਂ ਨੂੰ ਮਾਰ ਕੇ ਮਿਲਦਾ ਹੈ। ਹਉ ਮੈਂ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਐ। ਸ਼ਬਦ ਨਾਲ ਉਜਲੀ ਹੋਣਾ। ਹਉਮੈ ਨੂੰ, ਇਹ ਕਸ਼ਿਸ਼ ਹੈ ਜਿਹੜੀ ਸੰਸਾਰ ਦੀ ਮਾਇਆ ਦੀ ਖਿੱਚ ਹੈ, ਮੋਹ ਨੂੰ, ਇਹਨੂੰ ਸਾੜ ਦੇ। ਤੇ ਜੇ ਜ਼ਿੰਦਗੀ ਉਜਲ ਕਰਨੀ ਹੈ ਤੇ ਸ਼ਬਦ ਮੈਲ ਚੁਕਾਈ ਹੈ। ਕਿਸੇ ਨਦੀਆਂ ਨਾਲਿਆਂ ਤੇ ਨਹਾਤਿਆਂ ਮੈਲ ਨਹੀਂ ਉਤਰਨੀ। ਇਹ ਸ਼ਬਦ ਦੀ ਕਮਾਈ ਤੇਰੇ ਜੀਵਨ ਨੂੰ ਨਿਰਮਲ ਕਰੇਗੀ। ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰਨ ਹਾਰਿਆ। ਹੇ ਮਾਲਕ ਜੀ, ਇਹ ਸੁਹਾਗਣ ਪ੍ਰਵਾਨ ਹੋਵੇ, ਤੇਰੇ ਦਰ ਤੇ ਆਏ, ਤੇਰੇ ਦੀਦਾਰ ਹੋਣ ਤੇ ਤਾਰ ਨਹਾਰੇ ਪਾਤਸ਼ਾਹ। ਮੈਂ ਡੁੱਬਣ ਤੋਂ ਬਚ ਜਾਵਾਂ, ਮੈਨੂੰ ਤਾਰ ਲੈ। ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਔਰ ਧਾਰਿਆ। ਫਿਰ ਇਸ ਜਿੰਦ ਦੀ ਤ੍ਰਿਸ਼ਨਾ ਮੁੱਕ ਗਈ ਜੀ, ਤ੍ਰਿਪਤ ਹੋ ਗਈ। ਕਿਵੇਂ ਤ੍ਰਿਪਤ ਹੋਈ? ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ। ਚੱਖਿਆ ਨਾ ਇਹ ਰਸ, ਤੇ ਇਸ ਰਸ ਨੇ ਭੁੱਖਾਂ ਮਿਟਾ ਦਿੱਤੀਆਂ, ਤਮਾ ਮਿਟਾ ਦਿੱਤੀ। ਕਿਤੇ ਨਹੀਂ ਭਟਕੇਗੀ ਜਦੋਂ ਤਮਾ ਮਿਟ ਗਈ। ਨਾਨਕਾ ਔਰ ਧਾਰਿਆ, ਹਿਰਦੇ ਦੇ ਅੰਦਰ ਜਿਹੜਾ ਰਸਨਾ ਤੇ ਆਇਆ। ਅਰਦਾਸ ਕਰੀਏ ਮਹਾਰਾਜ ਹਿਰਦੇ ਅੰਦਰ ਵੀ ਵਸੇ। ਤੇ ਜਦੋਂ ਹਿਰਦੇ 'ਚ ਵਸਦਾ ਤੇ ਉਹਦੀ ਬਰਾਬਰੀ ਫਿਰ ਕੋਈ ਜਪ ਤਪ ਨਹੀਂ ਕਰ ਸਕਦਾ,
ਕੋਈ ਹੱਠ ਕਰਮ ਉਹਦੀ ਬਰਾਬਰੀ ਨਹੀਂ ਕਰ ਸਕਦਾ। RAM ਨਾਮ ਔਰ ਮਹਿ ਗਇਓ ਜਾਂ ਕੈ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਹੋਏ। ਨਾ ਤੁਹਾਡੇ ਸੰਕਟ ਰਹਿਣਗੇ ਤੇ ਮੇਲ ਪਿਆਰੇ ਨਾਲ ਹੋ ਜਾਏਗਾ ਜੇ ਇਹਦੇ 'ਚ ਚਲਿਆ ਗਿਆ। ਸੋ ਮਹਾਰਾਜ ਨੇ ਰਹਿਮਤ ਕੀਤੀ ਸਾਧ ਸੰਗਤ, ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਬਖਸ਼ ਲੈਣੀਆਂ। ਪੰਕਤੀ ਨੂੰ ਇੱਕ ਵਾਰ ਫੇਰ ਸੁਣੀਏ ਜੀ। ਧਰ ਜਾਏ ਦਰਸ਼ਨ ਕਰੀ ਭਾਣੈ, ਤਾਰ ਤਾਰਨ ਹਾਰਿਆ। ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ, ਨਾਨਕਾ ਔਰ ਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।